जिन्ने भी ECHS ਦੇ ਵਿੱਚ ਹੁਣ ਤੱਕ ਇੱਕ ਨਹੀਂ ਘੱਟੋ ਘੱਟ ਜ਼ਿਆਦਾ ਨਹੀਂ ਤੇ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ 20-22 ਜਿਹੜੇ ਆ ਉਹ ਚਾਹੇ ਰਿਟਾਇਰਡ ਅਫਸਰ ਹੈ ਜਾਂ ਪੋਲੀ ਕਲੀਨਿਕ ਦੇ ਵਿੱਚ ਜਿਹੜੇ ਡਾਕਟਰ ਰੱਖੇ ਹੋਏ ਆ ਉਹ ਟਰਮੀਨੇਟ ਕੀਤੇ ਗਏ ਆ। ਲੇਕਿਨ ਟਰਮੀਨੇਟ ਕਿਹੜੀ ਵਜ੍ਹਾ ਨਾਲ ਕੀਤੇ ਗਏ ਆ? ਘਪਲਿਆਂ ਕਰਕੇ ਹੀ ਕੀਤੇ ਗਏ ਆ। ਲੇਕਿਨ FIR ਅੱਜ ਤੱਕ ਕਿਸੇ ਦੇ ਉੱਤੇ ਵੀ ਨਹੀਂ ਕੀਤੀ ਗਈ। ਅਸੀਂ ਚਾਹੁੰਦੇ ਹਾਂ ਕਿ पिछली 1 जनवरी 2019 तो जोड़ा पूरा रिकॉर्ड जब्त करके उसकी इनकुआरी की जाए, क्योंकि होर भी हज़ारां केस वो निकलणगे। एक्स सर्विसमैन कंट्रीब्यूटरी हेल्थ स्कीम के तहत देश में पहली बार हुआ है कि अमृतसर में ब्रिगेडियर MD उपाध्याय की ओर से दी गई रिपोर्ट पर 25 लोगों पर FIR दर्ज की गई है। इसी को लेकर पुलिस कमिश्नर डॉक्टर सुखचैन सिंह गिल की ओर से एक इंक्वायरी मांग कर दी गई है, जिसकी जांच ADCP मलिक को सौंपी गई है। आज साबका सैनिक संघर्ष कमेटी के सदस्य पुलिस कमिश्नर से मिले थे और उन्हें बताया कि हम आपको हर तरह का सहयोग देने के लिए तैयार हैं। उन्होंने ये भी बताया कि ECHS में 97% यानी 97% जो बिल बनाए जा रहे हैं मरीजों के वो जाली हैं। ये देशद्रोह का मामला है सीधे तौर पर। जिन लोगों पर मामला दर्ज किया गया है और कुछ लोग जो हैं उनको बचाने की कोशिश की गई है, इसलिए इन पर देशद्रोह का मामला दर्ज किया जाए और हम आपको अब जांच में पूरा सहयोग देने को तैयार हैं। ECHS यानी एक्स सर्विसमैन कंट्रीब्यूटरी हेल्थ स्कीम में घोटाला होता है। कुछ लोगों पर पर्चा होता है। 16 डॉक्टर और 9 लोग पूर्व सैनिक जो सेना से संबंधित हैं वो लोग हैं, लेकिन कुछ लोगों को बचाने की कोशिश कर दी गई है। हमारे साथ हैं साबका सैनिक संघर्ष कमेटी के जो हैं नेशनल सेक्रेटरी जो हैं हरपाल सिंह। ये आज पुलिस कमिश्नर अमृतसर डॉक्टर सुखचैन सिंह गिल को मिलकर आए हैं। इन्होंने उनको ज्ञापन दिया है और हम बात करते हैं कि इनका क्या कहना है कि क्या किस लिए इन्होंने ज्ञापन दिया, उनकी क्या क्या मांग है। हरपाल जी सत श्री अकाल जी। नमस्कार जी। ਅੱਜ ਤੁਸੀਂ ਮਿਲੇ ਹੋ ਕਮਿਸ਼ਨਰ ਸਾਹਿਬ ਨੂੰ, ਕੀ ਮੰਗ ਹੈ ਤੁਹਾਡੀ? ਅਸੀਂ ਕਮਿਸ਼ਨਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਜਿਹੜੀ ਜਾਂਚ ਦਾ ਦਾਇਰਾ ਜਿਹੜਾ ਉਹ ਵਧਾਇਆ ਜਾਣਾ ਚਾਹੀਦਾ। 1 ਜਨਵਰੀ 2019 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਰਿਕਾਰਡ ਹੈ ਉਹ ਜਿਹੜਾ ਉਹ ਜ਼ਬਤ ਕਰਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਦੋਂ ਕਿ ਇਹ ਜਿਹੜਾ ਪਹਿਲਾਂ ਜਾਂਚ ਹੋਈ ਹੈ ਇਹ ਅਪ੍ਰੈਲ ਤੋਂ ਬਾਅਦ ਦੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ पिछली 1 जनवरी 2019 तो जोड़ा पूरा रिकॉर्ड जब्त करके उसकी इनकुआरी की जाए, क्योंकि होर भी हज़ारां केस वो निकलणगे। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਘੁਟਾਲਾ ਹੋਇਆ ਹੈ ਇਹਦੇ 'ਚ ਕੁਝ ਡਾਕਟਰ ਮਤਲਬ ਕੁਝ ਬੰਦਿਆਂ ਨੂੰ ਫਸਾ ਕੇ ਤੇ ਆਪਣਾ ਪੱਲਾ ਝਾੜ ਲਿਆ ਇਹਨਾਂ ਨੇ? ਦੇਖੋ ਜੀ, ਇਹਦੇ ਵਿੱਚ ਅਸਲ ਮੁਜਰਮ ਜਿਹੜੇ ਆ ਉਹ ਸੈਨਾ ਦੇ ਰਿਟਾਇਰਡ ਅਫਸਰ ਤੇ ਕੁਝ ਔਨ ਡਿਊਟੀ ਜਿਹੜੇ ਅਫਸਰ ਹੈ ਉਹ ਸ਼ਾਮਲ ਹੈ। ਜਿਹੜੇ ਵੱਡੇ ਮਗਰਮਸਤ ਆ ਉਹ ਖੁਦ ਹੈ। ਲੇਕਿਨ ਜਦੋਂ ਉਹਨਾਂ ਨੇ ਵੇਖਿਆ ਕਿ ਹੁਣ ਇਨਕੁਆਰੀ ਦੇ ਵਿੱਚ ਕੁਝ ਨਾ ਕੁਝ ਕਰਨਾ ਪੈਣਾ, ਦਬਾਅ ਦੇ ਵਿੱਚ ਆ ਕੇ ਉਹਨਾਂ ਨੇ ਕੀ ਕੀਤਾ ਹੈ ਕਿ ਕੁਝ ਜਿਹੜੇ ਆ ਉਹ ਏਜੰਟਾਂ ਦੇ ਉੱਤੇ ਤੇ ਕੁਝ ਡਾਕਟਰਾਂ ਦੇ ਉੱਤੇ ਥੋਪ ਕੇ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਦੋਂ ਕਿ ਅਸਲ ਮੁਜਰਮ ਜਿਹੜੇ ਆ ਉਹ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਉਹ ਖੁਦ ਆ। ਤੁਸੀਂ ਇਹਦੀ ਕੋਈ CBI ਜਾਂਚ ਦੀ ਮੰਗ ਕੀਤੀ ਹੋਈ ਪਹਿਲੇ? ਹਾਂਜੀ ਬਿਲਕੁਲ ਜੀ, ਅਸੀਂ ਇਹਦੀ ਜਿਹੜੀ ਆ CBI ਦੀ ਵੀ ਜਾਂਚ ਦੀ ਮੰਗ ਕੀਤੀ ਆ ਔਰ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਵੀ ਜਿਹੜੀ ਆ ਉਹ ਲਿਖ ਕੇ ਜਿਹੜੀ ਆ ਉਹ ਮੰਗ ਕੀਤੀ ਆ ਕਿ ਜਾਂ ਵਿਜੀਲੈਂਸ ਕਮਿਸ਼ਨ ਤੋਂ ਜਾਂਚ ਕਰਾਈ ਜਾਵੇ ਜਾਂ CBI ਤੋਂ ਕਰਾਈ ਜਾਵੇ। ਅੱਛਾ, ਇਹ ਘੁਟਾਲਾ ਪੋਲੀ ਕਲੀਨਿਕ ਦੇ ਵੀ ਕੁਝ ਡਾਕਟਰ ਸ਼ਾਮਲ ਨੇ ਜਾਂ ਉੱਥੇ ਜਿਹੜੇ ਅਧਿਕਾਰੀ ਲੱਗੇ ਉਹ ਸ਼ਾਮਲ ਨੇ, ਤਾਂ ਕਿਸ ਤਰ੍ਹਾਂ ਇਹ ਗੋਲਮਾਲ ਸਾਰਾ ਚੱਲਦਾ, ਥੋੜ੍ਹਾ ਇਹ ਦੱਸਿਓ। ਦੇਖੋ ਜੀ, ਇਹਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦੀ ਸ਼ਮੂਲੀਅਤ ਹੈ। ਚਾਹੇ ਉਹ ਡਾਕਟਰ ਹੈ, ਚਾਹੇ ਕੋਈ ਉੱਥੇ ਪੋਲੀ ਕਲੀਨਿਕ ਦਾ ਇੰਚਾਰਜ ਹੈ, ਚਾਹੇ ਸਟੇਸ਼ਨ ਹੈਡਕੁਆਟਰ ਹੈ, ਚਾਹੇ ਰੀਜਨਲ ਦਫ਼ਤਰ ਹੈ, ਚਾਹੇ ਆਪਣਾ ਸੈਂਟਰਲ ECHS ਦਾ ਦਫ਼ਤਰ MD ਜਾਣੀ ਕਿ ਦਿੱਲੀ ਤੱਕ ਦੀਆਂ ਜਿਹੜੀਆਂ ਉਹ ਤਾਰਾਂ ਇਸ ਕਰਪਸ਼ਨ ਦੇ ਵਿੱਚ ਜੁੜੀਆਂ ਹੋਈਆਂ ਵਾ। ਕੀ ਤੁਹਾਨੂੰ ਲੱਗਦਾ ਹੈ ਜਿਹੜਾ ਕਰਪਸ਼ਨ ਹੈ, ਇਹ ਜਿਹੜਾ ਮਾਮਲਾ ਹੈ, ਇਹ ਸਿਰਫ ਅੰਮ੍ਰਿਤਸਰ ਤੱਕ ਜਾਂ ਤਰਨਤਾਰਨ ਤੱਕ ਹੀ ਸੀਮਿਤ ਹੈ ਜਾਂ ਪੂਰੇ ਦੇਸ਼ 'ਚ ਫੈਲਿਆ ਹੋਇਆ ਹੈ? ਦੇਖੋ ਜੀ, ਪੂਰੇ ਦੇਸ਼ ਦੇ ਵਿੱਚ ਅਸੀਂ ਜਿਹੜਾ ਆਪਣੇ ਮੰਗ ਪੱਤਰ ਦੇ ਵਿੱਚ ਲਿਖ ਕੇ ਦਿੱਤਾ ਕਿ 97% ਬਿੱਲ ਜਿਹੜੇ ਆ ਉਹ ਫੇਕ ਹੈ, ਫਰਜ਼ੀ ਬਿੱਲ ਬਣਦੇ ਆ। ਲੇਕਿਨ ਜਿਹੜੀ ਦੁੱਖ ਵਾਲੀ ਗੱਲ ਇਹ ਹੈ ਕਿ ਇਹਦੀ ਜਾਂਚ ਵਾਸਤੇ ਕੋਈ ਏਜੰਸੀ ਨਹੀਂ। ਅਗਰ ਅਸੀਂ ਮੰਗ ਕਰਦੇ ਹਾਂ ਕਿ ਇਹਦੀ ਕਰਪਸ਼ਨ ਦੀ ਜਾਂਚ ਕੀਤੀ ਜਾਵੇ ਤੇ ਤਦ ਵੀ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਹੁਣ ਅਸੀਂ ਇੱਕ ਜਿਹੜੀ ਆ ਉਹ ਜਾਂਚ ਵਾਸਤੇ ਜਿਹੜਾ ਉਹ ਪਾਈ ਹੀ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ। ਸੈਂਟਰਲ ਵਿਜੀਲੈਂਸ ਕਮਿਸ਼ਨ ਨੇ ਜਿਹੜਾ ਵਾ ਉਹ ਅਸੀਂ 10 ਜਿਹੜਾ ਜੂਨ ਨੂੰ ਪਾਈ ਸੀ
22 ਜੂਨ ਨੂੰ ਜਿਹੜਾ ਵਾ ਵਿਜੀਲੈਂਸ ਕਮਿਸ਼ਨ ਨੇ ਜਿਹੜਾ ਡਿਪਾਰਟਮੈਂਟ ਜਿਹੜਾ ਵਾ ਮਿਨਿਸਟਰੀ ਆਫ ਡਿਫੈਂਸ ਨੂੰ ਉੱਥੇ ਜਿਹੜਾ CVO ਆ ਵਿਜੀਲੈਂਸ ਅਫਸਰ ਹੈ ਉਹਨੂੰ ਜਿਹੜਾ ਵਾ ਉਹਨਾਂ ਨੇ ਭੇਜੀ ਆ ਕਿ ਸਾਨੂੰ ਜਿਹੜਾ ਵਾ ਇਸ ਦੀ ਜਾਂਚ ਕਰਨ ਵਾਸਤੇ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ। ਲੇਕਿਨ ਅਫਸੋਸ ਕਿ 4 ਮਹੀਨੇ ਲੰਘ ਗਏ ਆ, ਜਿਹੜਾ ਮਿਨਿਸਟਰੀ ਆਫ ਡਿਫੈਂਸ ਦਾ ਵਿਜੀਲੈਂਸ ਅਫਸਰ ਹੈ ਉਹਨਾਂ ਨੂੰ ਨਾ ਤਾਂ ਕੋਈ ਪਰਮਿਸ਼ਨ ਦਿੱਤੀ ਹੈ ਤੇ ਨਾ ਹੀ ਸਾਨੂੰ ਉਹਦੇ ਪ੍ਰਤੀ ਕੋਈ ਰਿਪਲਾਈ ਦਿੱਤੀ ਹੈ। ਅਸੀਂ ਉਸ ਦੇ ਵਾਸਤੇ ਵੀ ਜਿਹੜਾ ਵਾ ਉਹ ਹੁਣ ਲਿਖ ਕੇ ਜਿਹੜਾ ਵਾ ਮੰਗ ਪੱਤਰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰੱਖਿਆ ਮੰਤਰੀ ਤੇ ਡਿਫੈਂਸ ਮਿਨਿਸਟਰੀ ਦੇ ਜਿੰਨੇ ਵੀ ਜੁਆਇੰਟ ਸੈਕਟਰੀ ਵਗੈਰਾ ਹੈ ਤੇ ਵਿਜੀਲੈਂਸ ਕਮਿਸ਼ਨ ਨੂੰ ਪਲੱਸ ਜਿਹੜੇ ਮਿਨਿਸਟਰੀ ਆਫ ਡਿਫੈਂਸ ਦੇ ਜਿਹੜੇ ਵਿਜੀਲੈਂਸ ਅਫਸਰ ਹੈ ਉਹਨਾਂ ਨੂੰ ਵੀ ਜਿਹੜੀਆਂ ਉਹ ਮੇਲਾਂ ਕੱਢੀਆਂ ਕਿ ਵੀ ਜਿਹੜਾ ਤੁਸੀਂ ਕੀ ਕਾਰਵਾਈ ਕੀਤੀ ਹੈ। ਜਦੋਂ ਵਿਜੀਲੈਂਸ ਕਮਿਸ਼ਨ ਨੇ ਤੁਹਾਡੇ ਕੋਲੋਂ ਜਾਂਚ ਕਰਨ ਵਾਸਤੇ ਜਿਹੜਾ ਉਹ ਪਰਮਿਸ਼ਨ ਮੰਗੀ ਹੈ ਤੇ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ ਹੈ। ਜੇ ਤੁਸੀਂ ਖੁਦ ਕੋਈ ਕਾਰਵਾਈ ਕੀਤੀ ਹੈ ਤਾਂ ਵੀ ਸਾਨੂੰ ਉਹਦਾ ਜਿਹੜਾ ਉਹ ਜਵਾਬ ਦਿਓ। ਅਗਰ ਤੁਸੀਂ ਕੋਈ ਹੋਰ ਕਿਸੇ ਏਜੰਸੀ ਨੂੰ ਜਿਹੜਾ ਇਸ ਦੀ ਜਾਂਚ ਵਾਸਤੇ ਕਿਹਾ ਤਾਂ ਉਹਦੀ ਵੀ ਰਿਪਲਾਈ ਦਿਓ। ਪਰ ਅਫਸੋਸ ਹੈ ਕਿ ਉਹ ਜਿਹੜਾ ਜਿੰਨੇ ਵਿਜੀਲੈਂਸ ਅਫਸਰ ਹੁੰਦੇ ਆ ਡਿਪਾਰਟਮੈਂਟ ਦੇ ਉਹ ਉਸ 'ਤੇ ਕੋਈ ਕਾਰਵਾਈ ਨਹੀਂ ਕਰਦੇ, ਉਹਨੂੰ ਜਿਹੜਾ ਉਹ ਠੰਡੇ ਬਸਤੇ 'ਚ ਪਾ ਕੇ ਰੱਖ ਲੈਂਦੇ ਆ। ਤੁਸੀਂ ਜਿਵੇਂ ਕਿਹਾ ਵੀ 97% ਜਿਹੜੇ ਆ ਫੇਕ ਹੁੰਦੇ, ਤੁਸੀਂ ਇੰਨਾ ਮਤਲਬ ਇਹਨੂੰ ਇੰਨਾ ਅਥੈਂਟਿਕਸਿਟੀ ਕਿੱਦਾਂ ਕਹਿ ਸਕਦੇ ਹੋ ਵੀ 97% ਜਿਹੜੇ ਉਹ ਫੇਕ ਬਿੱਲ ਬਣਦੇ ਆ? ਦੇਖੋ ਜੀ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੈ ਚਾਹੇ ਰਸੌਲੀ ਦਾ ਆਪਰੇਸ਼ਨ ਹੈ, ਇਹਨਾਂ ਦਾ ਬਾਹਰ ਜ਼ਿਆਦਾ ਤੋਂ ਜ਼ਿਆਦਾ 30 ਤੋਂ 40 ਹਜ਼ਾਰ ਰੁਪਏ ਪ੍ਰਾਈਵੇਟ ਹਸਪਤਾਲ ਦੇ ਵਿੱਚ ਖਰਚ ਆਉਂਦਾ ਹੈ ਇੱਕ ਸਿਵਲੀਅਨ ਜਦੋਂ ਆਪਰੇਸ਼ਨ ਕਰਾਉਂਦਾ ਹੈ। ਲੇਕਿਨ ਉਹੀ ਆਪਰੇਸ਼ਨ ਜਦੋਂ ਫੌਜ ਦੇ ਰਾਹੀਂ ਹੁੰਦਾ, ECHS ਦੇ ਰਾਹੀਂ ਹੁੰਦਾ ਹੈ ਤਾਂ ਉਹਦਾ ਬਿੱਲ 2 ਲੱਖ ਤੋਂ ਸ਼ੁਰੂ ਹੁੰਦਾ ਹੈ। ਅਤੇ ਤੁਸੀਂ ਆਪੇ ਹੀ ਸਮਝ ਲਓ, ਅਗਰ 2 ਲੱਖ ਬਿੱਲ ਬਣ ਰਿਹਾ ਔਰ ਹਰੇਕ ਬੰਦੇ ਨੂੰ ਕੀ ਗੱਲ ਜਿਹੜੇ ECHS ਦੇ ਅਫਸਰ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਕਿ ਇਹ ਆਪਰੇਸ਼ਨ ਜਿਹੜੇ ਆ ਇੰਨੇ 'ਚ ਹੁੰਦੇ ਆ। ਅਗਰ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਤੇ ਉਹਨਾਂ ਨੂੰ ਬਿਨਾਂ ਜਾਣਕਾਰੀ ਤੋਂ ਤਾਂ ਲਾਇਆ ਨਹੀਂ ਗਿਆ ਹੋਏਗਾ, ਕੁਝ ਨਾ ਕੁਝ ਤਾਂ ਉਹਨਾਂ ਨੂੰ ਜਾਣਕਾਰੀ ਹੋਏਗੀ। ਲੇਕਿਨ ਕੀ ਹੁੰਦਾ ਹੈ ਕਿ ਉਹ ਉਸ ਚੀਜ਼ ਦੇ ਉੱਤੇ ਜਿਹੜਾ ਵਾ ਉਹ ਐਕਸ਼ਨ ਨਹੀਂ ਲੈਂਦੇ। ਜਿਹੜਾ 30-40 ਹਜ਼ਾਰ ਦਾ ਬਿੱਲ ਹੈ ਜਦੋਂ 2-2, 3-3 ਲੱਖ ਰੁਪਈਆ ਬਣ ਕੇ ਹੁੰਦਾ ਹੈ ਤਾਂ ਤੁਸੀਂ ਸਪਸ਼ਟ ਜਿਹੜਾ ਵਾ ਇਹਦੇ ਤੋਂ ਪਤਾ ਕਰ ਸਕਦੇ ਆ ਕਿ 97% ਅਸੀਂ ਲਿਖ ਰਹੇ ਹਾਂ, ਲੇਕਿਨ 97% ਤੋਂ ਉੱਪਰ ਜਿਹੜੇ ਆ ਉਹ ਫੇਕ ਬਿੱਲ ਬਣ ਰਹੇ ਆ। 97% ਤਾਂ ਅਸੀਂ ਗਰੰਟੀ ਨਾਲ ਕਹਿੰਦੇ ਹਾਂ। ਅੱਛਾ, ਤੇ ਜੇ ਤੁਹਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਹਰਪਾਲ ਜੀ, ਫਿਰ ਤੁਹਾਡਾ ਕੀ ਅਗਲਾ ਕਦਮ ਕੀ ਹੋਏਗਾ? ਕੀ ਸਟੈਪ? ਤੁਸੀਂ ਕਾਫੀ ਦੇਰ ਤੋਂ ਇਸ ਮਾਮਲੇ ਦੇ ਪਿੱਛੇ ਲੱਗੇ ਹੋਏ ਹੋ ਤੇ ਤੁਸੀਂ ਫਿਰ ਅੱਗੋਂ ਕੀ ਕਰੋਗੇ? ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਿਖਿਆ, ਚੀਫ ਵਿਜੀਲੈਂਸ ਕਮਿਸ਼ਨਰ ਨੂੰ ਵੀ ਲਿਖਤਾ, ਹੁਣ ਕਿੱਥੇ ਜਾਓਗੇ ਤੁਸੀਂ? ਅਜੇ ਸਾਡੇ ਕੋਲ ਜਿਹੜੀਆਂ ਵਾ ਪ੍ਰਧਾਨ ਮੰਤਰੀ ਦਫ਼ਤਰ ਜਾਂ ਰਾਸ਼ਟਰਪਤੀ ਦਫ਼ਤਰ ਹੈ ਜਾਂ ਰੱਖਿਆ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜੀਆਂ ਅਸੀਂ ਕੰਪਲੇਂਟ 'ਚ ਜਿਹੜੀਆਂ ਵਾ ਮੈਮੋਰੈਂਡਮ ਦੇ ਕੇ ਪਾਈਆਂ ਹੋਈਆਂ, ਉਹਨਾਂ ਦੀ ਇੱਕ ਰਿਪਲਾਈ ਆਣੀ ਹੈ ਕਲੋਜ਼ ਦੀ। ਉਹ ਜਦੋਂ ਰਿਪਲਾਈ ਆਏਗੀ ਤੇ ਉਹ ਰਿਪਲਾਈ ਲੈ ਕੇ ਫਿਰ ਅਸੀਂ ਜਿਹੜਾ ਵਾ ਉਹ ਕੋਰਟ ਦਾ ਰੁੱਖ ਕਰਾਂਗੇ ਤੇ ਕੋਰਟ ਦੇ ਵਿੱਚ ਜਾ ਕੇ ਜਿਹੜਾ ਉਹ CBI ਜਾਂਚ ਦੀ ਮੰਗ ਕਰਾਂਗੇ। ਅੱਛਾ, ਇੱਕ ਤੁਸੀਂ ਇਹ ਵੀ ਇੱਕ ਸਾਡੇ ਧਿਆਨ 'ਚ ਮਾਮਲਾ ਆਇਆ ਸੀ, ਤਰਨਤਾਰਨ 'ਚ ਇੱਕ ਡਾਕਟਰ ਲੱਗਾ ਹੁੰਦਾ ਹੈ ਪੋਲੀ ਕਲੀਨਿਕ 'ਚ, ਉਹਦਾ ਫੜਿਆ ਜਾਂਦਾ ਮਾਮਲਾ ਤੇ ਉਹਨੂੰ ਉਹਦੇ ਤੋਂ ਕੋਈ ਮਾਮਲਾ ਦਰਜ ਨਹੀਂ ਕਰਾਇਆ ਜਾਂਦਾ, FIR ਦਰਜ ਨਹੀਂ ਕਰਾਈ ਜਾਂਦੀ, ਸਿਰਫ ਉਹਨੂੰ ਟਰਮੀਨੇਟ ਕਰਤਾ ਜਾਂਦਾ। ਉਹ ਥੋੜ੍ਹਾ ਦੱਸਿਓ ਕੀ ਹੈ। ਦੇਖੋ ਸਰ, ਇਹਦੇ ਵਿੱਚ ਇੱਕ ਨਹੀਂ ਹੈ, ਜਿੰਨੇ ਵੀ ECHS ਦੇ ਵਿੱਚ ਹੁਣ ਤੱਕ ਇੱਕ ਨਹੀਂ, ਘੱਟੋ ਘੱਟ ਜ਼ਿਆਦਾ ਨਹੀਂ ਤੇ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ 20-22 ਜਿਹੜੇ ਆ ਉਹ ਚਾਹੇ ਰਿਟਾਇਰਡ ਅਫਸਰ ਹੈ ਜਾਂ ਪੋਲੀ ਕਲੀਨਿਕ ਦੇ ਵਿੱਚ ਜਿਹੜੇ ਡਾਕਟਰ ਰੱਖੇ ਹੋਏ ਆ ਉਹ ਟਰਮੀਨੇਟ ਕੀਤੇ ਗਏ ਆ। ਲੇਕਿਨ ਟਰਮੀਨੇਟ ਕਿਹੜੀ ਵਜ੍ਹਾ ਨਾਲ ਕੀਤੇ ਗਏ ਆ? ਘਪਲਿਆਂ ਕਰਕੇ ਹੀ ਕੀਤੇ ਗਏ ਆ। ਲੇਕਿਨ FIR ਅੱਜ ਤੱਕ ਕਿਸੇ ਦੇ ਉੱਤੇ ਵੀ ਨਹੀਂ ਕੀਤੀ ਗਈ। ਜਦੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਜਿਹੜੀ ਇੱਕ ਕੰਪਲੇਂਟ ਹੀ ਸਰਲੀ ਕਲਾਂ ਦੀ, ਜਿਹੜਾ GOG ਜਿਹੜਾ ਸੀ ਉਹ ਕਾਰਡ ਇਕੱਠੇ ਕਰਕੇ ਜਿਹੜਾ ਹਸਪਤਾਲਾਂ ਨੂੰ ਦਿੰਦਾ ਸੀ ਤੇ ਉਹਨਾਂ ਦੇ ਕੋਲੋਂ ਕਮਿਸ਼ਨ ਲੈਂਦਾ ਸੀ। ਅਸੀਂ ਪੈਸਕੋ ਨੂੰ ਜਿਹੜੀ ਆ ਉਹਦੇ ਵਿੱਚ ਪੈਸਕੋ ਦੇ ਮੁਲਾਜ਼ਮ ਹੁੰਦੇ ਆ, GOG ਜਿੰਨੇ ਵੀ ਆ ਇਹ ਪੈਸਕੋ ਦੇ ਥਰੂ ਤਨਖਾਹ ਲੈ ਰਹੇ ਆ ਤੇ ਪੈਸਕੋ ਦੀ ਜ਼ਿੰਮੇਵਾਰੀ ਬਣਦੀ ਆ। ਅਸੀਂ ਜਿਹੜਾ ਵਾ ਉਹ ਮੁੱਖ ਮੰਤਰੀ ਦਫ਼ਤਰ ਨੂੰ ਪਾਉਂਦੇ ਆ, ਪੈਸਕੋ ਨੂੰ ਜਿਹੜਾ ਉਹ ਕਾਰਵਾਈ ਲਈ ਜਿਹੜਾ ਵਾ ਉਹ ਪਾਉਂਦੇ ਆ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਲੇਕਿਨ ਅਫਸੋਸ ਕਿ ਜਿਹੜਾ ਪੈਸਕੋ ਹੈ ਉਹ ਵੀ ਕਹਿੰਦੇ ਆ ਕਿ ਫੌਜ ਉਹਦੇ 'ਤੇ ਇਨਕੁਆਇਰੀ ਕਰ ਰਹੀ ਆ, ਅਸੀਂ ਕੁਝ ਨਹੀਂ। ਮਤਲਬ GOG ਤਾਂ ਕਰਪਸ਼ਨ ਹਟਾਉਣ ਵਾਸਤੇ ਰੱਖੇ ਗਏ ਆ, ਜਿਹੜੀ ਆ ਉਹ ਪੰਜਾਬ ਦੇ ਕਿਸੇ ਸਕੀਮ ਦੇ ਵਿੱਚ ਜਿਹੜਾ ਉਹ ਕਰਪਸ਼ਨ ਨਾ ਹੋਵੇ ਉਹਦੇ ਵਾਸਤੇ ਰੱਖੇ ਗਏ ਆ। ਖੁਸ਼ਹਾਲੀ ਦੇ ਰਖਵਾਲੇ ਉਹਨਾਂ ਦਾ ਨਾਂ ਰੱਖਿਆ ਗਿਆ। ਪਰ
ਉਹਨਾਂ ਦੇ ਉੱਤੇ ਖੁਦ ਹੀ ਜਿਹੜਾ ਵਾ ਜੀਓਜੀ ਦਾ ਡਿਪਾਰਟਮੈਂਟ ਜਿਹੜਾ ਵਾ ਉਹਨਾਂ ਨੇ FIR ਨਹੀਂ ਕਰਵਾਈ। ਉਹਦੇ ਉੱਤੋਂ ਵੀ ਤੁਸੀਂ ਲਾ ਸਕਦੇ ਆ ਕਿ ਜੀਓਜੀ ਦੇ ਵੀ ਜਿਹੜੇ ਆ ਬਹੁਤ ਸਾਰੇ ਨੁਮਾਇੰਦੇ ਉਹਦੇ ਵਿੱਚ ਸ਼ਾਮਲ ਹੋਣਗੇ। FIR ਨਹੀਂ ਤਾਂ ਕੋਈ ਵੀ ਡਿਪਾਰਟਮੈਂਟ ਹੈ ਉਹਦਾ ਕੋਈ ਬੰਦਾ ਇਸ ਤਰ੍ਹਾਂ ਜਿਹੜਾ ਵਾ ਉਸ ਮਹਿਕਮੇ ਦਾ ਨਾਂ ਜਿਹੜਾ ਬਦਨਾਮ ਕਰਦਾ ਤੇ ਉਹਦੇ ਤੇ FIR ਕਰਵਾਈ ਜਾਂਦੀ ਹੈ ਮਹਿਕਮੇ ਵੱਲੋਂ। ਲੇਕਿਨ ਪੈਸਕੋ ਨੇ ਜਿਹੜੀ ਆ ਉਹ ਜੀਓਜੀ ਦੇ ਉੱਤੇ ਕੋਈ FIR ਨਹੀਂ ਕਰਾਈ, ਕੋਈ ਉਹਦੇ ਤੇ ਕੁਝ ਨਹੀਂ ਕੀਤਾ। ਸਿਰਫ ਉਸ ਨੂੰ ਜਿਹੜਾ ਵਾ ਨੌਕਰੀ ਤੋਂ ਹਟਾ ਦਿੱਤਾ ਗਿਆ। ਤੇ ਨੌਕਰੀ ਵੀ ਉਹ ਤਾਂ ਨਾਰਮਲ ਨੌਕਰੀ, ਉਹਦਾ ਤਾਂ ਕੋਈ ਮਤਲਬ ਨਹੀਂ ਹੈ, ਸਿਰਫ ਉਹਨੂੰ ਵੀ ਟਰਮੀਨੇਟ ਹੀ ਕੀਤਾ ਗਿਆ। ਤੇ ਇੱਕ ਹਰਪਾਲ ਜੀ, ਤੁਸੀਂ ਸ਼ਿਕਾਇਤ ਕੀਤੀ ਸੀ ਕਿ ਡਾਕਟਰ ਜਿਹੜਾ ਉਹ ਕਮਿਸ਼ਨ ਲੈ ਰਿਹਾ, ਕਿਸ ਤਰ੍ਹਾਂ ਮਰੀਜ਼ ਭੇਜਦਾ, ਤੁਸੀਂ ਕੰਪਲੇਂਟ ਕੀਤੀ ਸੀ। ਉਹਨਾਂ ਨੇ ਇਨਕੁਆਇਰੀ ਵਾਸਤੇ ਤੁਹਾਨੂੰ ਬੁਲਾਇਆ ਸੀ, ਮੈਨੂੰ ਕੋਈ ਜੋ ਜਾਣਕਾਰੀ ਮਿਲੀ ਹੈ ਤੁਸੀਂ ਇਨਕੁਆਇਰੀ ਤੇ ਗਏ ਨਹੀਂ, ਉੱਥੇ ਪੇਸ਼ ਨਹੀਂ ਹੋਏ। ਦੇਖੋ ਜੀ, ਅਸੀਂ ਇਨਕੁਆਇਰੀ ਵਾਸਤੇ ਜਿਹੜਾ ਜਾਂਚ ਵਾਸਤੇ ਸ਼ਾਮਲ ਹੋਣ ਵਾਸਤੇ ਇਹ ਜਿਹੜਾ ਸੀ ਗੋਬਿੰਦ ਫੋਰਟ ਦੇ ਵਿੱਚ ਜਿਹੜੀ ਯੂਨਿਟ ਰਹਿ ਰਹੀ ਆ ਉਹਨਾਂ ਨੂੰ ਮਾਰਕ ਹੋਈ ਸੀ। ਅਸੀਂ ਉੱਥੇ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਸੀ ਉਹ 4 ਬੰਦੇ ਅਸੀਂ ਜਿਹੜਾ ਉਹਨਾਂ ਦੇ ਕੋਲ ਆਏ। ਉਹਨਾਂ ਦੇ ਗੇਟ ਦੇ ਉੱਤੇ ਜਾ ਕੇ ਅਸੀਂ ਦੱਸਿਆ ਕਿ ਅਸੀਂ ਆਹ ਕੰਮ ਲਈ ਆਏ ਹਾਂ। ਸਾਨੂੰ ਸਵਾ ਘੰਟਾ ਜਿਹੜਾ ਉਹਨਾਂ ਨੇ ਨਾ ਤਾਂ ਗੇਟ ਦੇ ਅੰਦਰ ਆਉਣ ਦਿੱਤਾ ਔਰ ਨਾ ਹੀ ਸਾਨੂੰ ਅਗਲੇ ਬੰਨੇ ਕੋਈ ਰਿਪਲਾਈ ਮਿਲੀ ਹੈ ਕਿ ਕੀ ਹੈ ਕੀ ਨਹੀਂ। ਸਵਾ ਘੰਟਾ ਅਸੀਂ ਧੁੱਪ ਦੇ ਵਿੱਚ ਖੜੇ ਰਹੇ ਹਾਂ। ਮਤਲਬ ਸਾਨੂੰ ਉਹਨਾਂ ਨੇ ਜਾਂਚ 'ਚ ਸ਼ਾਮਲ ਹੋਣ ਲਈ ਨਹੀਂ, ਬੇਇੱਜ਼ਤ ਕਰਨ ਲਈ ਜਿਹੜਾ ਉਹ ਬੁਲਾਇਆ ਸੀ। ਅੱਛਾ ਜੀ, ਇੱਕ ਥੋੜਾ ਜਿਹਾ ਦੱਸਿਓ ਵੀ ਸਾਰਾ ਘੁਟਾਲਾ ਹੁੰਦਾ ਕਿਸ ਤਰ੍ਹਾਂ? ਸਾਰਾ ਘੁਟਾਲਾ ਤੇ ਜਿਹੜਾ ਵਾ ਮਿਲੀ ਭਗਤੀ ਹੈ। ਜਿੰਨਾ ਵੀ ਹੈ ਡਾਕਟਰ ਹੈ ਉਹ ਆਪਣਾ ਡਾਇਰੀ ਦੇ ਉੱਤੇ ਲਿਖਦੇ ਆ, ਪੇਸ਼ੈਂਟ ਨੂੰ ਪੁੱਛਦੇ ਆ ਕਿ ਤੂੰ ਕਿਹੜੇ ਹਸਪਤਾਲ ਜਾਣਾ ਹੈ। ਪੇਸ਼ੈਂਟ ਜ਼ਾਹਰ ਜੀ ਗੱਲ ਹੈ ਕੋਈ ਆਪਣਾ ਹਸਪਤਾਲ ਸੋਚ ਕੇ ਰੱਖਿਆ ਹੁੰਦਾ ਤੇ ਉਹ ਕਹਿੰਦਾ ਹੈ ਕਿ ਜੀ ਮੈਂ ਜਾਊਂਗਾ ਸਕਾਟ 'ਚ ਜਾਊਂਗਾ ਜਾਂ ਪਾਰਵਤੀ ਦੇਵੀ ਜਾਊਂਗਾ। ਉਹ ਕੀ ਹੁੰਦਾ ਹੈ ਕਿ ਫਿਰ ਇਹਨਾਂ ਦਾ ਜਿਹੜਾ ਕਮਿਸ਼ਨ ਹੁੰਦਾ ਹੈ ਜਿਹਦੇ ਨਾਲ ਡਾਕਟਰ ਦਾ ਵੀ ਜਿਹੜਾ ਜ਼ਿਆਦਾ ਕਮਿਸ਼ਨ ਦਿੰਦਾ, ਫਿਰ ਇਹ ਕੀ ਕਰਦੇ ਆ ਕਿ ਪੇਸ਼ੈਂਟ ਦਾ ਮਾਈਂਡ ਵਾਸ਼ ਕਰਦੇ ਆ। ਉਹਨੂੰ ਕਹਿੰਦੇ ਆ ਕਿ ਉਸ ਹਸਪਤਾਲ ਨਾ ਜਾਈ, ਉਸ ਹਸਪਤਾਲ ਬਾਕੀ ਮਰਜ਼ੀ ਤੇਰੀ ਆ, ਜੇ ਜਾਣਾ ਤੇ ਉਸ ਡਾਕਟਰ ਦੇ ਜਿਹੜੇ ਆ ਬਹੁਤ ਸਾਰੇ ਕੇਸ ਖਰਾਬ ਹੋ ਗਏ ਆ, ਉਹਨੂੰ ਇੰਨੀ ਨੌਲੇਜ ਨਹੀਂ ਹੈ, ਬਹੁਤ ਸਾਰੇ ਪੇਸ਼ੈਂਟਾਂ ਦੀ ਉੱਥੇ ਡੈਥ ਵੀ ਹੋ ਗਈ ਹੈ। ਬਾਕੀ ਤੁਹਾਡੀ ਮਰਜ਼ੀ ਹੈ, ਜਾਣਾ ਤਾਂ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਸਕਦੇ, ਬਟ ਉੱਥੇ ਜਿਹੜਾ ਉਹ ਡਾਕਟਰ ਠੀਕ ਨਹੀਂ ਗਾ। ਫਿਰ ਪੇਸ਼ੈਂਟ ਜਿਹੜਾ ਵਾ ਉਹ ਪੁੱਛਦਾ ਹੈ ਕਿ ਡਾਕਟਰ ਸਾਹਿਬ ਤੁਹਾਡੀ ਨੌਲੇਜ 'ਚ ਕਿਹੜਾ ਜਿਹੜਾ ਵਾ ਡਾਕਟਰ ਵਧੀਆ ਹੈ, ਕਿਉਂਕਿ ਬੰਦੇ ਦਾ ਜਿਹੜਾ ਉਹ ਮਾਈਂਡ ਅਪਸੈਟ ਕਰ ਦਿੱਤਾ ਜਾਂਦਾ, ਮਾਈਂਡ ਦੇ ਵਿੱਚ ਡਾਊਟ ਹੋ ਜਾਂਦਾ ਉਹਨੂੰ। ਤਾਂ ਫਿਰ ਉਹ ਡਾਕਟਰ ਕਹਿੰਦਾ ਹੈ ਕਿ ਆਸ ਵਕਤ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਟੌਪ ਦਾ ਡਾਕਟਰ ਉਹ ਹੈ ਜਿਹੜਾ ਏਮਸ ਦੇ ਜਿਹੜਾ ਡਾਕਟਰ ਹੈ ਉਹਨਾਂ ਦੇ ਬਰਾਬਰ ਡਾਕਟਰ ਹੈ ਇੱਥੇ, ਉਹਦੇ ਕੋਲ ਜਾਓ ਤੁਸੀਂ, ਅਤੇ ਬਹੁਤ ਵਧੀਆ ਟਰੀਟਮੈਂਟ ਦਿੰਦਾ, ਕਦੀ ਉਹਦਾ ਕੇਸ ਖਰਾਬ ਨਹੀਂ ਹੋਇਆ। ਉਹ 'ਚ ਕੀ ਹੁੰਦਾ ਹੈ ਕਿ ਪੇਸ਼ੈਂਟ ਫਿਰ ਜਿਹੜਾ ਉਹਦਾ ਦਿਮਾਗ ਜਿਹੜਾ ਵਾ ਮਾਈਂਡ ਵਾਸ਼ ਹੋ ਕੇ ਉਹ ਸੋਚਦਾ ਹੈ ਕਿ ਯਾਰ ਮੈਂ ਟਰੀਟਮੈਂਟ ਤਾਂ ਕਰਵਾਉਣਾ ਹੀ ਹੈ, ਅਤੇ ਜੇ ਕੋਈ ਗਲਤ ਟਰੀਟਮੈਂਟ ਹੋ ਗਿਆ ਅਤੇ ਮੁਸ਼ਕਿਲ ਹੋਏਗਾ ਤਾਂ ਫਿਰ ਉਹ ਕੀ ਕਰਦਾ ਹੈ ਕਿ ਉਹ ਉਹਨਾਂ ਦੇ ਦੱਸੇ ਹੋਏ ਜਿਹੜਾ ਉੱਥੇ ਚੱਲ ਜਾਂਦਾ ਹੈ। ਫਿਰ ਉਹ ਜਿਹੜਾ ਪੇਸ਼ੈਂਟ ਹੈ ਉਹ ਦੱਸ ਵੀ ਲੈਂਦਾ ਹੈ ਡਾਕਟਰ ਨੂੰ ਕਿ ਮੈਂ ਵੀ ਹਾਂ ਠੀਕ ਹੈ ਜੀ ਮੈਂ ਉਹਦੇ ਤੋਂ ਚੱਲ ਜਾਂਦਾ। ਇਹ ਕੀ ਕਰਦੇ ਫਿਰ ਡਾਇਰੀ ਦੇ ਉੱਤੇ ਲਿਖ ਲੈਂਦੇ ਆ, ਡਾਇਰੀ ਦੇ ਉੱਤੇ ਨੋਟ ਕਰ ਲੈਂਦੇ ਆ ਕਿ ਜੀ ਇਹ ਪੇਸ਼ੈਂਟ ਆਸ ਹਸਪਤਾਲ ਜਾ ਰਿਹਾ। ਉਸ ਤੋਂ ਬਾਅਦ ਜਾਂਦਾ ਹੈ ਅਫਸਰ ਇੰਚਾਰਜ ਤੋਂ ਸਾਈਨ ਕਰਾਉਣੇ ਹੁੰਦੇ ਆ। ਫਿਰ ਅਫਸਰ ਇੰਚਾਰਜ ਵੀ ਇਹੀ ਗੱਲ ਪੁੱਛਦਾ ਹੈ ਕਿ ਵੀ ਤੂੰ ਕੀ ਇਰਾਦਾ ਹੈ ਤੇਰਾ, ਕਿਹੜਾ ਤੈਨੂੰ ਹਸਪਤਾਲ ਚੰਗਾ ਲੱਗਾ ਜਾਂ ਕਿਹੜੇ ਡਾਕਟਰ ਤੋਂ ਜਾਣਾ ਹੈ। ਫਿਰ ਉਹ ਕਹਿੰਦਾ ਕਿ ਵੀ ਮੈਂ ਤਾਂ ਸਰ ਉਸ ਹਸਪਤਾਲ ਜਾ ਰਿਹਾ, ਕਿਉਂਕਿ ਡਾਕਟਰ ਨਾਲ ਪਹਿਲਾਂ ਹੀ ਉਹਦਾ ਮਾਈਂਡ ਵਾਸ਼ ਕਰਕੇ ਉਹਦੇ ਦਿਮਾਗ 'ਚ ਬਹਾ ਦਿੱਤੀ ਹੁੰਦੀ ਹੈ। ਫਿਰ ਉਹ ਜਿਹੜਾ ਵਾ ਉਹ ਕਹਿੰਦਾ ਜੀ ਠੀਕ ਹੈ, ਉਹ ਸਾਈਨ ਕਰਕੇ ਭੇਜ ਦਿੰਦੇ ਆ ਔਰ ਉਹਦਾ ਜਿਹੜਾ ਡਾਇਰੀ ਦੇ ਵਿੱਚ ਨਾਂ ਲਿਖਿਆ ਜਾਂਦਾ ਹੈ। ਅੱਛਾ, ਸਾਨੂੰ ਤੇ ਹਰਪਾਲ ਜੀ ਵੀ ਪਤਾ ਲੱਗਿਆ ਕਿ ਮਰੀਜ਼ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਤੇ ਹਸਪਤਾਲ ਦਾਖਲ ਕਰ ਲੈਂਦੇ ਨੇ, ਤੇ ਕੀ ਤੁਹਾਨੂੰ ਨਹੀਂ ਲੱਗਦਾ ਵੀ ਕੁਝ ਜਿਹੜੇ ਸਾਬਕਾ ਫੌਜੀ ਨੇ ਉਹ ਵੀ ਨਾਲ ਰਲ ਗਏ ਨੇ ਤੇ ਕਮਿਸ਼ਨ ਲੈਣ ਦੇ ਨੇ ਸਾਰੇ ਰਲ ਮਿਲ ਕੇ? ਦੇਖੋ, ਜਦੋਂ ਜਿਹੜੇ ਪੁਰਾਣੇ ਐਕਸ ਸਰਵਿਸਮੈਨ ਹੈ ਜਿਨ੍ਹਾਂ ਨੂੰ ਨਹੀਂ ਜ਼ਿਆਦਾ ਜਾਣਕਾਰੀ ਹੈਗੀ, ਉਹਨਾਂ ਨੂੰ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਭਾਈ ਜਾਂਦੀ ਆ ਕਿ ਵੀ ਸਰਕਾਰੀ ਪੈਸਾ ਅਸੀਂ ਕਲੇਮ ਕਰਨਾ, ਤੁਹਾਨੂੰ ਅਸੀਂ 5000 7000 ਜਿਹੜਾ ਵਾ ਦੇਵਾਂਗੇ, ਤੁਹਾਨੂੰ ਇੱਕ ਰੂਮ ਮਿਲੂਗਾ, ਤੁਸੀਂ ਉੱਥੇ ਆਣ ਕੇ ਰਹਿਣਾ ਹੈ, ਬਾਕੀ ਤੁਹਾਡੇ ਕੋਲ ਕੋਈ ਪੈਸਾ ਨਹੀਂ, ਜੋ ਵੀ ਤੁਹਾਡਾ ਤੁਸੀਂ ਉੱਥੇ ਖਾਣਾ ਪੀਣਾ ਹੈ ਉਹ ਜਿਹੜਾ ਤੁਹਾਨੂੰ ਉੱਥੇ ਫ੍ਰੀ ਸੁਵਿਧਾ ਦਿੱਤੀ ਜਾਊਗੀ। ਅਤੇ ਕੁਝ ਬੰਦੇ ਜਿਹੜੇ ਆ ਉਹਨਾਂ ਨੂੰ ਹੁੰਦਾ ਹੈ ਕਿ ਬਜ਼ੁਰਗ ਹੈ, ਘਰ ਕੀ ਕਰਨਾ ਹੈ, ਅਤੇ ਚਲੋ ਜਿਹੜਾ ਵਾ 8-10 ਦਿਨ ਉੱਥੇ ਰਹਿ ਕੇ ਅਤੇ 5-7 ਹਜ਼ਾਰ ਜਿਹੜਾ 10,000 ਮਿਲਦਾ ਹੈ ਉਹ ਕਮਾ ਹੀ ਲੈਂਦੇ ਆ, ਅਤੇ ਉਹ ਬੰਦਾ ਲਾਲਚ 'ਚ ਆ ਜਾਂਦਾ। ਅਤੇ ਇਹ ਨਹੀਂ ਹੈ ਕਿ ਇਹੋ ਜਿਹੇ ਕੇਸ ਹੈ ਨਹੀਂ, ਬਹੁਤ ਸਾਰੇ ਇਹੋ ਜਿਹੇ ਕੇਸ ਹੋਏ ਆ ਔਰ ਬਹੁਤ ਸਾਰੇ ਹਸਪਤਾਲ ਜਿਹੜੇ ਆ ਉਹ ਪੇਸ਼ੈਂਟਾਂ ਨੂੰ ਜਿਹੜਾ ਵਾ
ਜਿਹੜੇ ਫੌਜੀ ਪੇਸ਼ੈਂਟ ਹੁੰਦੇ ਸੀ ਡਿਸਚਾਰਜ ਦੇ ਟਾਈਮ ਤੇ ਮੋਬਾਈਲ ਜਾਂ ਪੈਂਟ ਕਮੀਜ਼ ਜਾਂ ਕੋਈ ਹੋਰ ਜਿਹੜਾ ਗਿਫਟ ਆ ਉਹਨਾਂ ਨੂੰ ਦਿੰਦੇ ਸੀ ਕਿ ਤਾਂ ਕਿ ਜਿਹੜਾ ਸਾਡੇ ਕੋਲ ਆਵੇ। ਜਿਹੜਾ ਕਈ ਪੇਸ਼ੈਂਟ ਨੂੰ ਮਤਲਬ ਐਵੇਂ ਹੁੰਦਾ ਸੀ ਕਿ ਜਿਹੜੇ ਤੁਹਾਨੂੰ ਪਤਾ ਹੀ ਹੋਏਗਾ ਕੰਪਲੇਂਟਾਂ ਹੋਈਆਂ ਪਹਿਲਾਂ ਉਹਦੀ ਇਨਕੁਆਇਰੀ ਦੇ ਵਿੱਚ ਵੀ ਆਇਆ ਕਿ ਕਈ ਪੇਸ਼ੈਂਟ ਜਿਹੜੇ ਉਹ 30 32 ਵਾਰ ਜਿਹੜੇ ਆ 1 ਸਾਲ ਦੇ ਵਿੱਚ ਦਾਖਲ ਹੋਏ ਆ। ਉਹਨਾਂ ਦਾ ਮੇਨ ਉਹੀ ਕਿ ਉਹ ਕੁਝ ਲਾਲਚੀ ਬੰਦੇ ਆ, ਲੇਕਿਨ ਅਗਰ ਕਿਹਾ ਜਾਵੇ ਕਿ ਇਕੱਲਾ ਉਹਨਾਂ ਦਾ ਦੋਸ਼ ਹੈ, ਉਹਨਾਂ ਦਾ ਦੋਸ਼ ਇਕੱਲਿਆਂ ਦਾ ਨਹੀਂ ਹੈ। ਇਹਦੇ ਵਿੱਚ ਕੀ ਹੈ ਕਿ ਸਾਡੇ ਜਿਹੜੇ ਸਰਵਿਸ ਕਰ ਰਹੇ ਜਿਹੜੇ ਉੱਥੇ ਰਿਟਾਇਰਡ ਅਫਸਰ ਹੈ ਜਾਂ ਸਰਵਿਸ ਕਰ ਰਹੇ ਅਫਸਰਸ ਹੈ ਜਿਹੜੇ ਸੈਨਾ ਦੇ, ਉਹਨਾਂ ਦਾ ਕਸੂਰ ਹੈ ਉਹਦੇ ਵਿੱਚ। ਜਦੋਂ ਤੁਸੀਂ ਇੱਕ ਜਿਹੜੀ ਆ ਉਹ ESI ਦਾ ਹਸਪਤਾਲ ਦਾ ਤੁਸੀਂ ਇੰਟਰਵਿਊ ਲਈ ਸੀ, ਉਹਦਾ ਵੀ ਤੁਸੀਂ ਪਰਦਾਫਾਸ਼ ਕੀਤਾ ਸੀ। ਉਹਦੇ ਵਿੱਚ ਜਿਵੇਂ ਕੀਤਾ ਗਿਆ ਬਿਲਕੁਲ ਉਸੇ ਤਰ੍ਹਾਂ ਹੀ ਇਹਦੇ ਵਿੱਚ ਹੁੰਦਾ ਕਿ ਸਮੂਲੀਅਤ ਹੁੰਦੀ ਹੈ ਅਤੇ ਜਿਹੜੇ ਉਹ ਫੇਕ ਬਿੱਲ ਬਣ ਜਾਂਦੇ ਆ, ਫੇਕ ਬਿੱਲ ਬਣ ਕੇ ਪਾਸ ਹੋ ਜਾਂਦੇ ਆ। ਲੇਕਿਨ ਇਹਦੇ ਵਿੱਚ ESI ਘੁਟਾਲੇ ਦੇ ਵਿੱਚ ਜਿਹੜਾ ਸੀ ਇੱਕ ਨਵਾਂ ਅਫਸਰ ਆਇਆ, ਉਹਨੇ ਚੈੱਕ ਕਰਨ ਦੇ ਦੌਰਾਨ ਉਹਨੂੰ ਚੀਜ਼ ਨੂੰ ਫੜ ਲਿਆ ਅਤੇ ਉਹ ਘਪਲਾ ਸਾਹਮਣੇ ਆ ਗਿਆ। ਨਹੀਂ ਤਾਂ ਚੱਲਦਾ ਆਇਆ ਸੀ, ਚੱਲਦਾ ਰਹਿਣਾ ਸੀ। ਲੇਕਿਨ ਸਾਡੇ ਤੇ ਮਹਿਕਮੇ ਦੇ ਵਿੱਚ ਕੋਈ ਅੱਜ ਤੱਕ ਕਿਸੇ ਨੇ ਜਾਂਚ ਕਰਕੇ ਅੱਜ ਤੱਕ ਇੱਕ ਕੇਸ ਨਹੀਂ ਫੜਿਆ। ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕੀਤਾ ਸੀ ਕਿ 97% ਤੋਂ ਉੱਪਰ ਜਿਹੜੇ ਉਹ ਫੇਕ ਬਿੱਲ ਬਣ ਰਹੇ ਆ। ਲੇਕਿਨ ਹੈਰਾਨੀ ਦੀ ਗੱਲ ਹੈ ਕਿ ਕਦੀ ਅੱਜ ਤੱਕ ਕਿਸੇ ਨੇ ਜਿਹੜਾ ਉਹਦੇ 'ਤੇ ਥੱਲੇ ਤੋਂ ਲੈ ਕੇ ਇੱਕ ਪੋਲੀਕਲੀਨਿਕ ਤੋਂ ਲੈ ਕੇ ਦਿੱਲੀ ਮਿਨਿਸਟਰੀ ਆਫ ਡਿਫੈਂਸ ਤੱਕ ਬਿੱਲ ਜਾਂਦੇ ਆ, ਉੱਥੋਂ ਪਾਸ ਹੁੰਦੇ ਆ। ਲੇਕਿਨ ਅੱਜ ਤੱਕ ਉਹਨਾਂ ਦੇ ਵਿੱਚੋਂ ਵੀ ਕਿਸੇ ਨੇ ਜਿਹੜਾ ਵਾ ਉਹ ਇਸ ਚੀਜ਼ ਦੇ ਉੱਤੇ ਆਬਜੈਕਸ਼ਨ ਨਹੀਂ ਚੁੱਕਿਆ। ਅਸੀਂ ਜਿਹੜਾ ਅੱਜ ਮੰਗ ਪੱਤਰ ਦਿੱਤਾ ਕਮਿਸ਼ਨਰ ਆਫ ਪੁਲਿਸ ਨੂੰ ਆਪਣੇ ਅੰਮ੍ਰਿਤਸਰ, ਅਤੇ ਉਹਦੇ ਵਿੱਚ ਵੀ ਅਸੀਂ ਇਹ ਗੱਲ ਲਿਖੀ ਹੈ ਕਿਉਂਕਿ ਜਿਹੜਾ ਇੱਕ ਕੋਈ ਆਮ ਅਫਸਰ ਹੈ ਜਾਂ ਕੋਈ ਆਮ ਜਿਹੜਾ ਜਾਂਚ ਕਰ ਰਿਹਾ, ਕੋਈ ਜਿਹਨੂੰ ਡਾਕਟਰੀ ਪੇਸ਼ੇ ਬਾਰੇ ਜਾਣਕਾਰੀ ਨਹੀਂ, ਉਹ ਇਹਨਾਂ ਚੀਜ਼ਾਂ ਨੂੰ ਫੜਨਾ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੈ। ਇਸ ਕਰਕੇ ਅਸੀਂ ਇਹ ਗੱਲ ਮੰਗ ਪੱਤਰ ਦੇ ਵਿੱਚ ਲਿਖ ਕੇ ਜਿਹੜੀ ਉਹ ਮੰਗ ਕੀਤੀ ਆ ਕਿ 2-3 ਡਾਕਟਰਾਂ ਦਾ ਜਿਹੜਾ ਵਾ ਉਹ ਪੈਨਲ ਬਣਾਇਆ ਜਾਵੇ ਅਤੇ ਬਿੱਲ ਜਿਹੜੇ ਉਹ ਚੈੱਕ ਕੀਤੇ ਜਾਣ, ਕਿਉਂਕਿ ਇੰਨਾ ਨਹੀਂ ਹੋ ਸਕਦਾ ਡਾਕਟਰ ਚੈੱਕ ਕਰੇਗਾ ਅਤੇ ਇੱਕ ਪਿੱਤੇ ਦੀ ਪੱਥਰੀ ਆ ਜਾਂ ਰਸੌਲੀ ਦਾ ਆਪਰੇਸ਼ਨ ਹੋਇਆ ਜਿਹੜਾ 30-40 ਹਜ਼ਾਰ 'ਚ ਹੋ ਰਿਹਾ, ਉਹਦਾ 3 ਲੱਖ ਦਾ ਬਿੱਲ ਬਣ ਰਿਹਾ। ਅਤੇ ਜਿਹੜੇ ਡਾਕਟਰ ਆ ਉਹ ਚੀਜ਼ ਨੂੰ ਫੜ ਸਕਦੇ ਆ ਕਿ ਇਹਦੇ ਵਿੱਚ ਕਿਹੜੇ ਇੰਜੈਕਸ਼ਨ ਫਾਲਤੂ ਲਿਖੇ ਗਏ ਆ, ਕਿਹੜੀ ਜਿਹੜੀ ਇਨਵੈਸਟੀਗੇਸ਼ਨ ਫਾਲਤੂ ਲਿਖੀ ਗਈ ਆ ਜਿਹੜੀ ਇਸ ਬਿਮਾਰੀ ਦੇ ਨਾਲ ਸੰਬੰਧਿਤ ਹੀ ਨਹੀਂ। ਕਿਉਂਕਿ ਬਿੱਲ ਬਣਨੇ ਆ ਅਤੇ ਜਿਹੜੇ ਉਹ ਮਹਿੰਗੇ ਤੋਂ ਮਹਿੰਗੀਆਂ ਚੀਜ਼ਾਂ ਵਿੱਚ ਪਾਈਆਂ ਜਾਣਗੀਆਂ ਕੁਝ ਨਾ ਕੁਝ, ਅਤੇ ਫੇਕ ਦਵਾਈਆਂ ਲਿਖੀਆਂ ਜਾਣਗੀਆਂ। ਉਹਨਾਂ ਨੂੰ ਸਿਰਫ ਇੱਕ ਡਾਕਟਰ ਹੀ ਫੜ ਕੇ ਜਿਹੜਾ ਵਾ ਉਹ ਇਨਕੁਆਇਰੀ ਦੇ ਵਿੱਚ ਦੱਸ ਸਕਦਾ। ਇੱਕ ਲਾਸਟ ਸਵਾਲ ਹੈ ਮੇਰਾ ਹਰਪਾਲ ਜੀ, ਇੱਕ ਜਿਹੜੇ ਇਹਨਾਂ ਨੇ ਫੌਜੀਆਂ ਦੇ ਕਾਰਡ ਇਕੱਠੇ ਕੀਤੇ ਹੋਏ ਆ, ਘਰ ਘਰ ਜਾ ਕੇ ਕਾਰਡ ਇਕੱਠੇ ਕਰ ਲੈਂਦੇ ਆ ਅਤੇ ਮਰੀਜ਼ਾਂ ਨੂੰ ਫਿਰ ਫੇਕ ਦਾਖਲ ਕਰਦੇ, ਉਹਨੂੰ ਲੈ ਕੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਜਦੋਂ ਐਮਰਜੈਂਸੀ ਹੁੰਦੀ ਹੈ ਤਾਂ ਐਮਰਜੈਂਸੀ ਜਿਹੜਾ ਵਾ ਪੋਲੀ ਕਲੀਨਿਕ ਦੇ ਸਾਈਨ ਤਾਂ ਹੁੰਦਾ ਹੀ ਹੈ। ਉਹਦੀ ਜਿਹੜਾ ਹੁੰਦਾ ਵਾ ਸਟੇਸ਼ਨ ਹੈਡਕੁਆਟਰ ਹੈ, ਉਹਦੇ ਵਿੱਚ ਵੀ ਜਿਹੜਾ ਵਾ ਸਟੇਸ਼ਨ ਹੈਡਕੁਆਟਰ ਜਾਂ ਰੀਜਨਲ ਦਫ਼ਤਰ ਜਲੰਧਰ ਹੈ ਜਿਵੇਂ, ਇਹਨਾਂ ਦੇ ਵਿੱਚ ਵੀ ਉਹਦੀ ਜਿਹੜੀ ਆ ਦਰਸਾਇਆ ਜਾਂਦਾ ਹੈ ਸਪੈਸ਼ਲ ਐਡਮਿਸ਼ਨ ਹੁੰਦੀ ਹੈ ਜਿਹੜੀ ਸਿੱਧੀ ਹੁੰਦੀ ਹੈ। ਇਹ ਜਿੰਨੇ ਕਾਰਡ ਕਲੈਕਟ ਕਰਕੇ ਜਿਹੜੇ ਆ ਫੇਕ ਬਿੱਲ ਬਣਾਏ ਗਏ ਜਾਂ ਜਿਹੜੇ ਆਪਣਾ ਉਹਦੇ 'ਚ ਸਿੱਧੇ ਹਸਪਤਾਲ ਦਾਖਲ ਕਰਕੇ ਉਹਨਾਂ ਦੀ ਪਰਮਿਸ਼ਨ ਮੰਗੀ ਗਈ ਜਾਂ ਰੈਫਰਲ ਲੈ ਗਏ ਆ, ਉਹਦੇ ਵਿੱਚ ਸਿੱਧੀ ਜਿਹੜੀ ਆ ਅਫਸਰਾਂ ਦੀ ਸ਼ਮੂਲੀਅਤ ਹੈ। ਅਤੇ ਹਰਪਾਲ ਜੀ, ਕਿੰਨਾ ਕੁ ਘੁਟਾਲਾ ਪੂਰੇ ਦੇਸ਼ 'ਚ ਚੱਲ ਰਿਹਾ ਅਤੇ ਤੁਸੀਂ ਅੰਮ੍ਰਿਤਸਰ ਤੋਂ ਇਹ ਪਹਿਲ ਕੀਤੀ ਹੈ, ਹੋਰ ਵੀ ਕੁਝ ਲੋਕ ਜਿਹੜੇ ਇਸ ਕੰਮ ਨੂੰ ਚੁੱਕ ਰਹੇ ਪੂਰੇ ਦਿੱਲੀ 'ਚ ਜਾਂ ਕਿਸੇ ਹੋਰ ਜਗ੍ਹਾ 'ਤੇ? ਦੇਖੋ, ਕਾਫੀ ਜਗ੍ਹਾ 'ਤੇ ਇਹ ਚੀਜ਼ ਹੈ, ਲੇਕਿਨ ਕੋਈ ਇੰਨਾ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਗਿਆ। ਬਹੁਤ ਸਾਰੀਆਂ ਐਸੋਸੀਏਸ਼ਨ ਹੈ ਜਿਹੜੀਆਂ ਜਵਾਨਾਂ ਦੀਆਂ ਬਣੀਆਂ ਹੋਈਆਂ, ਉਹਨਾਂ ਨੇ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਉਹ ਜਾਂਚ ਕੀਤੀ ਜਾਵੇ। ਅਤੇ ਤੁਹਾਨੂੰ ਦੱਸਿਆ ਉਹੀ ਕਿ ਇਹ ਅਫਸੋਸ ਹੈ ਕਿ ਜਿਹੜਾ ਡਿਫੈਂਸ ਮਿਨਿਸਟਰੀ ਹੈ ਇਹਦੇ ਵਿੱਚ ਨਾ ਤਾਂ ਕੈਗ ਵੱਲੋਂ ਇਹਦਾ ਆਡਿਟ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਇਹਦੇ ਵਿੱਚ ਕੋਈ ਵਿਜੀਲੈਂਸ ਡਿਪਾਰਟਮੈਂਟ ਹੈ ਕਿ ਜਿਹੜਾ ਇਹਦਾ ਜਾਂਚ ਕਰੇ ਕਿ ਕੀ ਹੈ ਇਹਦੇ ਵਿੱਚ। ਅਤੇ ਉਹਦੀ ਜਿਹੜੀਆਂ ਕਮੀਆਂ ਇਹ ਕਮੀਆਂ ਇਹਨਾਂ ਦਾ ਹੀ ਭਰਪੂਰ ਫਾਇਦਾ ਜਿਹੜਾ ਵਾ ਭ੍ਰਿਸ਼ਟਾਚਾਰੀ ਉਠਾਉਂਦੇ ਆ ਘੁਟਾਲਾ ਕਰਨ ਦੇ ਵਿੱਚ। ਤੁਹਾਨੂੰ ਕੀ ਲੱਗਦਾ, ਜਿਵੇਂ ਹੁਣ ਅੰਮ੍ਰਿਤਸਰ 'ਚ 25 ਲੋਕਾਂ 'ਤੇ FIR ਦਰਜ ਕੀਤੀ ਗਈ ਹੈ, ਉਹਨਾਂ ਦੇ ਦਰਜ ਕਰ ਲਈ ਅਤੇ ਆਪਣੇ ਲੋਕਾਂ ਨੂੰ ਬਚਾਇਆ ਜਾ ਰਿਹਾ, ਜਿਵੇਂ ਪੋਲੀ ਕਲੀਨਿਕ ਦੇ ਡਾਕਟਰ ਨੇ ਜਾਂ ਕੁਛ ਤੁਹਾਨੂੰ ਲੱਗਦਾ ਕਿ ਸਾਬਕਾ ਫੌਜੀ ਸ਼ਾਮਲ ਨੇ ਇਹਦੇ 'ਚ, ਇਹਨਾਂ ਨੂੰ ਬਚਾਇਆ ਜਾ ਰਿਹਾ? ਦੇਖੋ ਜੀ, ਸਾਬਕਾ ਫੌਜੀਆਂ ਨੂੰ ਤਾਂ ਨਹੀਂ ਬਚਾਇਆ ਜਾ ਰਿਹਾ, ਕਿਉਂਕਿ ਮੈਂ ਸਿੱਧੀ ਗੱਲ ਕਹਿੰਦਾ ਕਿ ਸਾਡੇ ਜਿਹੜੇ ਸੈਨਾ ਦੇ ਅਫਸਰ ਹੁੰਦੇ ਆ, ਇਹ ਸਿਰਫ ਅਫਸਰ ਨੂੰ ਬਚਾਉਂਦਾ ਹੈ, ਜਵਾਨ ਦੇ ਨਾਲ ਉਹਨਾਂ ਦਾ ਕੋਈ ਨਹੀਂ। ਇਹਦੇ ਵਿੱਚ ਵੀ ਉਹੀ ਗੱਲ ਹੋਈ ਹੈ ਕਿ ਜਿਹੜੇ ਜਵਾਨਾਂ ਦਾ ਵਿੱਚ ਹੀ ਇਹ ਨਹੀਂ ਕਹਿ ਰਹੇ ਕਿ ਦੋਸ਼ ਨਹੀਂ ਹੈ, ਉਹਨਾਂ ਦਾ ਦੋਸ਼ੀ ਹੈ, ਲੇਕਿਨ ਜਿਹੜੇ ਜਵਾਨ ਦੋਸ਼ੀ ਹੈ
ਉਹਨਾਂ ਦੇ ਤਾਂ FIR ਰਜਿਸਟਰਡ ਕਰਵਾ ਦਿੱਤੀ ਗਈ, ਲੇਕਿਨ ਜਿਹੜੇ ਅਫਸਰ ਹੈ ਉਹਨਾਂ ਤੇ ਜਿਹੜੀ ਆ ਉਹ ਨਾ ਤਾਂ ਉਹਨਾਂ ਨੂੰ ਕਿਸੇ ਜਾਂਚ ਸ਼ਾਮਲ ਕੀਤਾ ਗਿਆ, ਨਾ ਉਹਨਾਂ ਦੇ ਉੱਤੇ ਕੋਈ ਪਰਚੇ ਦੇ ਵਿੱਚ ਨਾਂ ਜਿਹੜਾ ਉਹ ਲਿਖਾਇਆ ਗਿਆ, ਜਦੋਂ ਕਿ ਅਸਲੀ ਸ਼ਮੂਲੀਅਤ ਉਹਨਾਂ ਦੀ ਹੈ। ਡਾਕਟਰ ਵੀ ਸਿਵਲੀਅਨ ਹੈ, ਡਾਕਟਰਾਂ ਦੇ ਖਿਲਾਫ ਜਿਹੜੇ ਸੋਲਿਡ ਪ੍ਰੂਫ ਹੈ ਤੇ ਉਹ ਕਰਵਾਉਣਾ ਹੀ ਪੈਣਾ ਸੀ। ਲੇਕਿਨ ਮੈਂ ਇੱਥੇ ਇੱਕ ਜਿਹੜਾ ਵਾ ਆਪਣੇ ਜਿਹੜੇ ਹਸਪਤਾਲ ਸਾਡੇ ਇਹਦੇ ਵਿੱਚ ਜਾਂਚ ਦੇ ਵਿੱਚ ਦੋਸ਼ੀ ਪਾਏ ਗਏ ਆ, ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਜਦੋਂ ਤੁਸੀਂ ਲੱਖਾਂ ਦੇ ਹਿਸਾਬ ਨਾਲ ਕਮਿਸ਼ਨ ਦਿੰਦੇ ਰਹੇ ਜੇ, ਸੈਨਾ ਦੇ ਚਾਹੇ ਰਿਟਾਇਰਡ ਅਫਸਰ ਹੈ ਚਾਹੇ ਔਨ ਸਰਵਿਸ ਜਿਹੜੇ ਉਹ ਅਫਸਰ ਹੈ, ਜਦੋਂ ਤੁਸੀਂ ਉਹਨਾਂ ਨੂੰ ਲੱਖਾਂ ਦੇ ਨਾਲ ਜਿਹੜਾ ਕਮਿਸ਼ਨ ਦਿੰਦੇ ਰਹੇ ਆ ਤੇ ਤੁਹਾਨੂੰ ਜਿਹੜੇ ਆ ਉਹਨਾਂ ਦੇ ਨਾਂ ਲੈਣੇ ਚਾਹੀਦੇ, ਕਿਉਂਕਿ ਤੁਸੀਂ ਇਕੱਲੇ ਦੋਸ਼ੀ ਨਹੀਂ ਜੇ, ਉਹ ਵੀ ਬਰਾਬਰ ਦੇ ਦੋਸ਼ੀ, ਬਰਾਬਰ ਦੇ ਨਹੀਂ, ਤੁਹਾਡੇ ਨਾਲੋਂ ਜ਼ਿਆਦਾ ਦੋਸ਼ੀ ਵੱਡੇ ਹੋ ਹੈ, ਤੇ ਉਹਨਾਂ ਦਾ ਵੀ ਜਿਹੜਾ ਉਹ ਤੁਹਾਨੂੰ ਖੁਲਾਸੇ ਕਰਨੇ ਚਾਹੀਦੇ ਆ ਕਿ ਵੀ ਅਸੀਂ ਇਹਨਾਂ ਨੂੰ ਕਿੰਨਾ ਕਿੰਨਾ ਕਮਿਸ਼ਨ ਦਿੰਦੇ ਰਹੇ ਆ ਤੇ ਕੀ ਸਾਡੇ ਤੋਂ ਡਿਮਾਂਡ ਕਰਦੇ ਰਹੇ ਆ। ਐਕਚੁਅਲੀ 'ਚ ਉਹਨਾਂ ਵੱਲੋਂ ਡਿਮਾਂਡ ਆਈ ਹੋਏਗੀ ਤਾਂ ਫੇਰ ਹੀ ਜਿਹੜਾ ਵਾ ਇਹ ਭ੍ਰਿਸ਼ਟਾਚਾਰ ਸ਼ੁਰੂ ਹੋਇਆ। ਅਗਰ ਜਿਹੜੇ ਆ ਉਹ ਨਹੀਂ ਪੈਸਾ ਲੈਂਦੇ, ਨਹੀਂ ਕਮਿਸ਼ਨ ਲੈਂਦੇ, ਤੇ ਇੱਥੋਂ ਤੱਕ ਜਿਹੜੀ ਉਹ ਕਹਾਣੀ ਨਹੀਂ ਪਹੁੰਚਣੀ। ਜਿਹੜੇ ਹਸਪਤਾਲਾਂ ਦੀ ਆ ਉਹ ਵੀ ਮਜਬੂਰੀ ਹੋ ਗਈ, ਕਿਉਂਕਿ ਜਿਹੜਾ ਕਮਿਸ਼ਨ ਦਿੰਦਾ ਸੀ ਉਹਦੇ ਕੋਲ ਐਡਮਿਸ਼ਨ ਜਾਂਦੀ ਸੀ, ਦੂਸਰੇ ਕੋਲ ਐਡਮਿਸ਼ਨ ਨਹੀਂ ਜਾਂਦੀ, ਇਸ ਕਰਕੇ ਉਹਨਾਂ ਦੀ ਵੀ ਮਜਬੂਰੀ ਸੀ ਤੇ ਉਹ ਇੱਕ ਦੂਸਰੇ ਨਾਲੋਂ ਜ਼ਿਆਦਾ ਤੋਂ ਜ਼ਿਆਦਾ ਕਮਿਸ਼ਨ ਦੇਣ ਦੀ ਕੋਸ਼ਿਸ਼ ਕਰਦੇ ਸੀ। ਜੇ ਜ਼ਿਆਦਾ ਕਮਿਸ਼ਨ ਦਿੰਦੇ ਸੀ ਤਾਂ ਜ਼ਿਆਦਾ ਬਿੱਲ ਵੀ ਬਣਦੇ ਸੀ। ਤੇ ਜੇ ਤੁਹਾਨੂੰ ਪੁਲਿਸ ਅੱਗੇ ਤੋਂ ਸ਼ਾਮਿਲ ਕਰਦੀ ਕਿਸੇ ਜਾਂਚ ਦੇ ਵਿੱਚ, ਤੁਹਾਡੀ ਮੰਗਦੀ ਹੈ, ਤੁਹਾਡੀ ਹੈਲਪ ਮੰਗਦੀ, ਤੇ ਤੁਸੀਂ ਪੁਲਿਸ ਦੀ ਮਦਦ ਕਰੋਗੇ? ਬਿਲਕੁਲ, ਅਸੀਂ ਜਿੱਥੇ ਵੀ ਸਾਨੂੰ ਕਿਤੇ ਬੁਲਾਇਆ ਜਾਂਦਾ, ਸਾਡੀ ਮਦਦ ਮੰਗੀ ਜਾਂਦੀ ਆ, ਤਾਂ ਅਸੀਂ ਹਰੇਕ ਜਗ੍ਹਾ ਦੇ ਉੱਤੇ ਜਾ ਕੇ ਜਿਹੜੇ ਉਹ ਮਦਦ ਕਰਾਂਗੇ। ਅਗਰ ਕੋਈ ਹੋਰ ਵੀ ਕੋਈ ਸਾਨੂੰ ਕਿਸੇ ਪ੍ਰਕਾਰ ਦਾ, ਜਿਵੇਂ ਫੌਜ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਜਾਂਦਾ ਹੈ ਤਾਂ ਕੀ ਕਰਦੇ ਆ ਕਿ ਉਹਨਾਂ ਨੂੰ ਗੇਟ ਦੇ ਅੰਦਰ ਹੀ ਐਂਟਰੀ ਨਹੀਂ ਦਿੱਤੀ ਜਾਂਦੀ ਪੁਲਿਸ ਮੁਲਾਜ਼ਮਾਂ ਨੂੰ। ਨੋਟਿਸ ਜਾਣੀ ਕਿ ਨੋਟਿਸ ਜਿਹੜਾ ਉਹ ਲਿਆ ਹੀ ਨਹੀਂ ਜਾਂਦਾ, ਤੇ ਅਗਰ ਇਹੋ ਜਿਹਾ ਕੋਈ ਮਸਲਾ ਹੁੰਦਾ ਹੈ ਤੇ ਅਸੀਂ ਜਿਹੜਾ ਉਹ ਪੁਲਿਸ ਦੀ ਮਦਦ ਵਾਸਤੇ ਜਿਹੜਾ ਵਾ ਉਹ ਆਪਣਾ ਉੱਥੇ ਐਂਟਰੀ ਕਰਾ ਕੇ ਐਕਸ ਸਰਵਿਸਮੈਨ ਦੀ ਅੰਦਰ ਜਾ ਕੇ ਦਫ਼ਤਰ ਦੇ ਵਿੱਚ ਨੋਟਿਸ ਵੀ ਜਿਹੜੇ ਉਹ ਦੇਣ ਦਾ ਉਪਰਾਲਾ ਕਰਾਂਗੇ। आपका बहुत बहुत धन्यवाद हमारे साथ बात करने के लिए। ये थे साबका सैनिक संघर्ष कमेटी के हरपाल सिंह जी, जिन्होंने आज पुलिस कमिश्नर डॉक्टर सुखचैन सिंह गिल को एक मांग पत्र सौंपा है। उन्होंने ये लिखा है कि अमृतसर में हुए भ्रष्टाचार की जांच पुलिस में सेना के अफसर को भी शामिल करके दोषी अफसरों के खिलाफ सख्त कार्रवाई की जाए। इन्होंने बताया है कि किस तरह एक सुनियोजित तरीके के साथ ECHS में, यानी कि एक्स सर्विसमैन कंट्रीब्यूटरी हेल्थ स्कीम में जो है वो घपला हो रहा है। देश के जो पैसे को, खजाने को, जो पैसा किसी जनता की भलाई पर खर्च होना चाहिए, वो पैसा जो है वो एक सुनियोजित तरीके के साथ लूटा जा रहा है। लूट मची हुई है हर तरफ, फिर भी कोई जो है एक्शन नहीं होता। ये तो यहाँ पर इनकी तरफ से बार बार जो है ये शिकायतें की गई और D4U न्यूज़ की तरफ से ये घोटाला जो है सच सामने लाया गया और कुछ लोगों पर FIR दर्ज करके इतिश्री कर ली गई है। लेकिन उन डॉक्टरों को छोड़ दिया गया है जो ECHS पॉली क्लिनिक में बैठे हैं और मरीजों को रेफ़र करते हैं। ऐसा ही एक डॉक्टर का नाम इन्होंने तरन तारण के डॉक्टर का भी नाम लिया है। वो किस तरह वो मरीजों को किस तरह बहला फुसलाकर अपने जहाँ से उसको कमीशन मिलती थी उस अस्पताल में भेजता था और मोटी कमीशन लेता था। उसे टर्मिनेट तो कर दिया गया, लेकिन उसके खिलाफ कोई भी FIR दर्ज नहीं करवाई गई। इनका ये भी कहना है कि वे ये प्रधानमंत्री नरेंद्र मोदी, रक्षा मंत्रालय और वित्त मंत्रालय को भी पत्र लिख चुके हैं कि ये मामले की जांच जो है CBI से करवाई जाए, क्योंकि ये बहुत बड़ा घोटाला है, पूरे देश में चल रहा है। ये केवल अमृतसर में ही नहीं है, CVC की जांच भी इन्होंने मांग, सेंट्रल विजिलेंस जो कमीशन है उसकी भी इन्होंने जो है जांच की, उससे भी मांग की है। इनका ये कहना है जब तक हम आरोपियों को सलाखों के पीछे नहीं भेजेंगे और जो सेना में काली भेड़ें बैठी हुई हैं, जनता के टैक्स को खा रही हैं, तब तक हम चैन से नहीं बैठेंगे। इन्होंने पुलिस कमिश्नर को भी आश्वासन दिया रहा है कि जब कहीं भी आप जांच करें, आपको कहीं भी हमारी ज़रूरत पड़ती है, हम आने के लिए तैयार हैं और आपको बताएंगे कि ये किस तरह सुनियोजित तरीके से चोरी कर रहे हैं। मरीज को कोई बीमारी नहीं होती और उसे अस्पताल में भर्ती किया जाता है, लाखों का बिल बनाया जाता है। और ख़ास बात जो इन्होंने ये बताई है कि ये जो बिल है मरीज को दिया ही नहीं जाता, उसको पता ही नहीं चलता कि मुझे किस लिए इलाज यहाँ पर भर्ती किया गया था। या अगर मान लीजिए उसके पत्ते में पथरी, पेट में पथरी है, तो उसका बिल भी लाखों में बना दिया जाता है। कभी उसका कह दिया जाता है इसका BP बढ़ रहा है, ब्लड प्रेशर बढ़ रहा है, ब्लड प्रेशर घट रहा है। इस सब की जो जांच है वो इन्होंने इसकी मांग की है। D4U न्यूज़ के लिए अमृतसर से दीपक भंडारी की खास रिपोर्ट।